राम राम जी साਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਚੈਨਲ ਏਮ ਐਂਡ ਅਚੀਵ ਦੇ ਵਿੱਚ ਜੋ ਕਿ ਪਾਰਟ 9th ਹੈ ਜੀ ਸਾਡਾ ਇੰਗਲਿਸ਼ ਪੈਡਾਗੋਜੀ ਦਾ ਜੋ ਕਿ ਪੀਐਸਟੈਟ 1 ਐਂਡ 2 ਤੇ ਸੀਟੈਟ 1 ਐਂਡ 2 ਦੋਹਾਂ ਦੇ ਲਈ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਤੇ ਇਹਦੇ ਨਾਲ ਹੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੁਹਾਨੂੰ ਚੈਨਲ ਤੇ ਈਵੀਐਸ ਦੇ जो पीएसटेट पेपर 1 ਨਾਲ ਰਿਗਾਰਡਿੰਗ ਹੈ ਜਾਂ ਸੀਟੈਟ 1 ਨਾਲ ਰਿਗਾਰਡਿੰਗ ਹੈ ਮਿਲ ਜਾਣਗੇ ਬਹੁਤ ਜ਼ਿਆਦਾ ਟੌਪਿਕਸ ਸਾਇੰਸ ਦੇ ਕੁਝ ਵੀਡੀਓਜ਼ ਮਿਲ ਜਾਣਗੀਆਂ ਕੁਝ ਵੀਡੀਓਜ਼ ਐਸਐਸਟੀ ਦੀਆਂ ਮੈਥ ਦੇ ਪੀਐਸਟੈਟ 1 ਦੇ ਪੁਰਾਣੇ ਪੇਪਰ ਸੋਲਵਡ ਮਿਲ ਜਾਣਗੇ ਉਸ ਤੋਂ ਇਲਾਵਾ ਅਗਰ ਤੁਸੀਂ ਕਿਸੇ ਹੋਰ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਰੀਜ਼ਨਿੰਗ ਮਿਲ ਜਾਏਗੀ ਉਸ ਤੋਂ ਇਲਾਵਾ ਇੰਗਲਿਸ਼ ਪੈਡਾਗੋਜੀ ਤੁਹਾਡੇ ਸਾਹਮਣੇ ਹੈ ਤੇ ਲਾਸਟ ਇੱਕ ਪੰਜਾਬੀ ਦੀ ਆਪਾਂ ਗੱਲ ਕਰੀਏ ਤੇ ਪੰਜਾਬੀ ਦੀਆਂ ਵੀਡੀਓਜ਼ ਵੀ ਬਹੁਤ ਮਿਲ ਜਾਣਗੀਆਂ ਜੋ ਕਿ ਤੁਹਾਡੇ ਪੀਐਸਟੈਟ 1 ਤੇ 2 ਦੋਹਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਇੰਗਲਿਸ਼ ਪੈਡਾਗੋਜੀ 9th ਪਾਰਟ ਤੁਹਾਨੂੰ ਪਤਾ ਕਿ ਅਸੀਂ ਪੁਰਾਣੇ ਕੁਐਸਚਨ ਪੇਪਰਾਂ ਦੇ ਲੈ ਕੇ ਆਉਣੇ ਨਾਲ ਨਵੇਂ ਕੁਐਸਚਨਸ ਵੀ ਹੁੰਦੇ ਆ ਜਿਨ੍ਹਾਂ ਤੁਹਾਡੀ ਪ੍ਰੈਕਟਿਸ ਹੋ ਸਕੇ ਤੇ ਜੋ ਨਵੇਂ ਆ ਸਕਦੇ ਆ ਕੁਐਸਚਨ ਜਾਂ ਆਏ ਹੋਏ ਆ ਵੱਖਰੇ ਵੱਖਰੇ ਟੈਟ ਦੇ ਵਿੱਚ ਉਹਦੇ ਨਾਲ ਤੁਹਾਡੀ ਪ੍ਰੈਪਰੇਸ਼ਨ ਨੂੰ ਬੂਸਟ ਮਿਲ ਸਕੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਹਿਲਾ ਕੁਐਸਚਨ ਹੈ ਜੀ ਅੱਜ ਦਾ The term notional function approach is also be used for यानी कि can also be used for जो notional functional approach आ ਇਹ ਹੋਰ ਕਿਹੜੀ ਅਪਰੋਚ ਨੂੰ ਕਹਿੰਦੇ ਆ ਤਾਂ 61 ਦਾ ਜੋ ਆਪਸ਼ਨ ਹੈ ਉਹ ਹੈ ਜੀ ਡੀ ਜਿਹਨੂੰ ਕਹਿੰਦੇ ਆ ਜੀ ਦਾ CLT ਅਪਰੋਚ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਇਹਨੂੰ CLT ਵੀ ਕਹਿੰਦੇ ਆ ਫੁੱਲ ਫਾਰਮ ਯਾਦ ਕਰ ਲਈਓ ਪਹਿਲੀਆਂ ਵੀਡੀਓਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਕੁਐਸਚਨਸ ਕਰਵਾਏ ਹੋਏ ਤੁਸੀਂ ਦੇਖ ਸਕਦੇ ਆ ਮਤਲਬ 25 ਕੁਐਸਚਨ ਹਰ ਵੀਡੀਓ 'ਚ ਹੈ ਅਪਰੋਕਸੀਮੇਟਲੀ क्वेश्चन नंबर 62 preparatory reading may also be called जो preparatory reading ਆ ਜੋ ਅਸੀਂ preparation ਲਈ ਕਰਦੇ ਆ ਉਹਨੂੰ ਅਸੀਂ ਹੋਰ ਕੀ ਕਹਿ ਸਕਦੇ ਆ formal reading loud extensive ਜਾਂ incidental ਤਾਂ ਉਹਦਾ ਸਹੀ ਆਨਸਰ ਹੈ ਜੀ incidental reading ਇਹਦਾ ਹੈ ਜੀ ਆਪਸ਼ਨ ਨੰਬਰ B क्वेश्चन नंबर 3rd Which of the following methods of teaching reading lays emphasis on the individual unit of thought and language ਕਹਿੰਦੇ ਇਹਨਾਂ ਵਿੱਚੋਂ ਕਿਹੜਾ ਮੈਥਡ ਆ ਟੀਚਿੰਗ ਦਾ ਜੋ ਕਿ ਅਸੀਂ ਰੀਡਿੰਗ ਲਈ ਸਿਖਾਉਂਦੇ ਆ ਮਤਲਬ ਰੀਡਿੰਗ ਕਰਨ ਲਈ ਜੋ ਅਸੀਂ ਟੀਚਿੰਗ ਦਾ ਮੈਥਡ ਅਪਣਾਉਂਦੇ ਆ ਉਹ ਜ਼ੋਰ ਦਿੰਦਾ ਹੈ ਔਨ ਦਾ ਇੰਡੀਵਿਜੂਅਲ ਯੂਨਿਟ ਆਫ ਥਾਟ ਯਾਨੀ ਕਿ ਕੀ ਥਾਟ ਪ੍ਰੋਸੈਸ ਆ ਕਿਸੇ ਦੀ ਤੇ ਉਹਦੀ ਲੈਂਗੁਏਜ ਕਿੱਦਾਂ ਦੀ ਆ ਤਾਂ ਕੀ ਉਹ ਹੈ ਜੀ ਲੁੱਕ ਐਂਡ ਸੇ ਮੈਥਡ फ्रेज मेथड सेंटेंस मेथड या फोनिक मेथड तो सही आंसर है जी सेंटेंस मेथड 63 ਦਾ ਆਪਸ਼ਨ ਨੰਬਰ ਹੈ ਜੀ ਸਾਡੇ ਕੋਲੋਂ ਸੀ सेंटेंस मेथड ਹੁੰਦਾ ਜੀ ਇਹ ਠੀਕ ਹੈ ਜੀ ਵਾਕ ਵਾਲਾ क्वेश्चन नंबर 64 which of the following statements is not correct ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜੋ ਹੈ ਉਹ ਕਰੈਕਟ ਨਹੀਂ ਹੈ dictation can help in teaching spelling dictation ਨਾਲ ਅਸੀਂ ਬੱਚੇ ਨੂੰ ਸਪੈਲਿੰਗ ਸਿਖਾ ਸਕਦੇ ਹਾਂ ट्रांसक्रिप्शन कैन बी यूज्ड फॉर प्रैक्टिसिंग राइटिंग दी प्रैक्टिस ਲਈ ट्रांसक्रिप्शन यूज कर सकते हैं सब्स्टिट्यूशन टेबल्स में भी यूज्ड फॉर टीचिंग अ न्यू कंस्ट्रक्शन ऑफ ए सेंटेंस यानी कि अगर ਅਸੀਂ सेंटेंस बनाना ਸਿਖਾਣਾ ਚਾਹੁੰਦੇ ਆ ਤਾਂ ਅਸੀਂ ਸਬਸਟੀਟਿਊਸ਼ਨ ਟੇਬਲ ਯੂਜ਼ ਕਰ ਸਕਦੇ ਹਾਂ ਸਬਸਟੀਟਿਊਸ਼ਨ ਟੇਬਲ ਦਾ ਮਤਲਬ ਕੀ ਹੁੰਦਾ ਆ ਕਿ ਅਸੀਂ ਇੱਕ ਵਰਡ ਦੀ ਜਗ੍ਹਾ ਤੇ ਉਹਦਾ ਸਬਸਟੀਟਿਊਟ ਕੋਈ ਹੋਰ ਵਰਡ ਲੈ ਕੇ ਉਸ ਸੈਂਟੈਂਸ ਨੂੰ ਪੂਰਾ ਕਰਨਾ ਜਾਂ ਫੋਰਥ ਕੀ ਆ in a good composition ideas should be placed in a logical sequence यानी कि अगर कोई ਵਧੀਆ composition ਆ ਕੋਈ ਵਧੀਆ ਚੀਜ਼ ਆ ਤਾਂ ਉਹਦੇ ਵਿੱਚ ਜੋ ਅਸੀਂ ਆਈਡੀਆਜ਼ ਆ ਜੋ ਅਸੀਂ ਲਗਾ ਰਹੇ ਆ ਉਹਨਾਂ ਨੂੰ ਇੱਕ ਲੌਜੀਕਲ ਸੀਕੁਐਂਸ ਦੇ ਵਿੱਚ ਰੱਖਣਾ ਚਾਹੀਦਾ ਆ ਸੋ ਇਹਨਾਂ ਤੋਂ ਜੋ ਸਟੇਟਮੈਂਟ ਸਹੀ ਨਹੀਂ ਆ ਉਹ ਹੈ ਜੀ ਏ ਆਪਸ਼ਨ ਕਿ ਡਿਕਟੇਸ਼ਨ ਸਪੈਲਿੰਗ ਸਿਖਾਉਣ ਲਈ ਯੂਸਫੁਲ ਹੋ ਸਕਦੀ ਆ ਇਹ ਨਹੀਂ ਹੈ ਜੀ ਸਹੀ ਠੀਕ ਹੈ ਜੀ अच्छा ट्रांसक्रिप्शन भी सुन लो ट्रांसक्रिप्शन की हुंदा है जी कि एक इदा दी प्रोसेस है कि ਅਸੀਂ रिटन कॉपी बनानी आ ਉਹਨਾਂ वर्ड्स ਦੀ ਜੋ ਕਿ वर्ड्स ਕਿਸੇ ਨੇ ਬੋਲੇ ਆ ਜੋ ਕਿਸੇ ਨੇ ਬੋਲਿਆ ਵਾ ਉਹਦੀ ਅਸੀਂ ਪ੍ਰਿੰਟਡ ਕਾਪੀ ਬਣਾਣੀ ਆ ਰਿਟਨ ਕਾਪੀ ਬਣਾਣੀ ਆ ਉਹਨੂੰ ਅਸੀਂ ਟ੍ਰਾਂਸਕ੍ਰਿਪਸ਼ਨ ਕਹਿੰਦੇ ਆ ਇਹ ਚੀਜ਼ ਨੂੰ ਤੁਸੀਂ ਰੱਖਣਾ ਜੀ ਧਿਆਨ ਦੇ ਵਿੱਚ ਠੀਕ ਹੈ ਜੀ ਕੁਐਸਚਨ ਨੰਬਰ 65th ਕੁਐਸਚਨ ਹੈ ਜੀ ਸਾਇਲੈਂਟ ਰੀਡਿੰਗ ਮੇ ਬੀ ਜੋ ਸਾਇਲੈਂਟ ਰੀਡਿੰਗ ਆ ਉਹ ਕੀ ਹੋ ਸਕਦੀ ਆ ਕਿ ਉਹ ਪ੍ਰੈਪਰੇਟਰੀ ਇਨ ਨੇਚਰ ਆ ਜਾਂ ਰਿਵੀਜ਼ਨਰੀ ਆ ਜਾਂ ਦੋਨਾਂ ਚੋਂ ਕੋਈ ਵੀ ਨਹੀਂ ਜਾਂ ਦੋਨੋਂ ਹੀ ਤਾਂ ਸਾਇਲੈਂਟ ਰੀਡਿੰਗ ਸਾਡੀ ਪ੍ਰੈਪਰੇਸ਼ਨ ਦੇ ਲਈ ਵੀ ਯੂਜ਼ ਹੋ ਸਕਦੀ ਹੈ ਕਿ ਅਸੀਂ ਕਿਸੇ ਚੀਜ਼ ਨੂੰ ਪ੍ਰਿਪੇਅਰ ਕਰਨਾ ਚਾਹੁੰਦੇ ਮੰਨ ਲਓ ਮੈਂ ਕੋਈ ਇੰਗਲਿਸ਼ ਹੀ ਪੜ੍ਹਨਾ ਚਾਹੁੰਦਾ ਪ੍ਰੈਪਰੇਸ਼ਨ ਕਰਨਾ ਚਾਹੁੰਦਾ ਆਪਣੇ ਪੀਐਸਟੈਟ ਦੀ ਜਾਂ ਉਹਦੀ ਮੈਂ ਰਿਵੀਜ਼ਨ ਕਰਨਾ ਚਾਹੁੰਦਾ ਆ ਇਹ ਦੋਨਾਂ ਲਈ ਹੀ ਕਾਰਗਰ ਸਾਬਿਤ ਹੋ ਸਕਦੀ ਹੈ ਤਾਂ 65 ਦਾ ਹੈ ਜੀ ਆਪਸ਼ਨ ਨੰਬਰ ਡੀ ਠੀਕ ਹੈ ਜੀ ਕੁਐਸਚਨ ਨੰਬਰ 66 in thesaurus
words and phrases of the language are classified according to एक thesaurus ਹੁੰਦੀ ਆ ਨਾ ਇੱਕ ਆਕਸਫੋਰਡ ਦੀਆਂ 3-4 ਕਿਤਾਬਾਂ ਦਾ ਸੈੱਟ ਹੁੰਦਾ ਹੁੰਦਾ ਵਿੱਚ thesaurus ਵੀ ਹੁੰਦੀ ਆ ਤਾਂ thesaurus ਦੇ ਵਿੱਚ ਇੱਕ ਡਿਕਸ਼ਨਰੀ ਹੁੰਦੀ thesaurus ਸਭ ਕੁਝ ਹੁੰਦੇ ਆ ਤਾਂ ਉਹਨਾਂ ਵਿੱਚ ਜੋ ਵਰਡਸ ਆ ਤੇ ਫਰੇਜ਼ਸ ਆ ਉਸ ਲੈਂਗੁਏਜ ਦੇ ਉਹਨਾਂ ਨੂੰ ਕਲਾਸੀਫਾਈ ਕੀਤਾ ਹੁੰਦਾ ਉਹਨਾਂ ਨੂੰ ਵੰਡਿਆ ਹੁੰਦਾ ਕਿਸ ਅਕੋਰਡਿੰਗ ਕਿ ਉਹਨਾਂ ਦੀ ਸਾਊਂਡ ਕਿੱਦਾਂ ਦੀ ਆ ਇੱਕੋ ਜਿਹੀ ਆ ਕਿ ਵੱਖਰੀ ਵੱਖਰੀ ਆ ਜਾਂ ਆਰਥੋਗ੍ਰਾਫੀ ਦੇ ਅਕੋਰਡਿੰਗ ਜਾਂ ਉਹਨਾਂ ਦੇ ਮੀਨਿੰਗ ਦੇ ਅਕੋਰਡਿੰਗ ਜਾਂ ਐਟੀਮੋਲੋਜੀ ਦੇ ਅਕੋਰਡਿੰਗ ਤਾਂ 66th ਦਾ ਆਪਸ਼ਨ ਹੈ ਜੀ ਸੀ ਕਿ ਉਹਨਾਂ ਦਾ ਮੀਨਿੰਗ ਦੇ ਵਿੱਚ ਕਿੰਨੀ ਕੁ ਸਿਮਿਲੈਰਿਟੀ ਆ ਉਸ ਹਿਸਾਬ ਦੇ ਨਾਲ ਇਹਨੂੰ ਕਲਾਸੀਫਾਈ ਕੀਤਾ ਜਾਂਦਾ ਵੰਡਿਆ ਜਾਂਦਾ ਹੈ ਠੀਕ ਹੈ ਜੀ ਆਰਥੋਗ੍ਰਾਫੀ ਰਿਲੇਟਡ ਹੈ ਜੀ ਸਪੈਲਿੰਗ ਦੇ ਨਾਲ ਯਾਨੀ ਕਿ ਸਿਸਟਮ ਆਫ ਸਪੈਲਿੰਗ ਇਨ ਅ ਲੈਂਗੁਏਜ ਕਿ ਲੈਂਗੁਏਜ ਦੇ ਵਿੱਚ ਸਪੈਲਿੰਗ ਦਾ ਸਿਸਟਮ ਕੀ ਹੈ ਤੇ ਜੋ ਸਾਡੇ ਕੋਲੋਂ ਅਗਲਾ ਮੀਨਿੰਗ ਹੈ ਐਟੀਮੋਲੋਜੀ ਦਾ ਮਤਲਬ ਹੁੰਦਾ ਹੈ ਕਿ ਇੱਕ ਐਕਸਪਲੇਨੇਸ਼ਨ ਕਰਨੀ ਆ ਇਹ ਦੱਸਣਾ ਕਿ ਐਕਚੁਅਲ ਦੇ ਵਿੱਚ ਮੀਨਿੰਗ ਆਇਆ ਕਿੱਥੋਂ ਆ ਜਾਂ ਜੋ ਵਰਡ ਆ ਉਹ ਵਰਡ ਐਕਚੁਅਲੀ ਓਰੀਜਿਨੇਟ ਕਿੱਥੋਂ ਹੋਇਆ ਆਇਆ ਕਿੱਥੋਂ ਆ ਉਹਦੀ ਸ਼ੁਰੂਆਤ ਕਿੱਥੋਂ ਹੋਈ ਠੀਕ ਹੈ ਜੀ ਸੋ ਜੋ 66 ਦਾ ਹੈ ਜੀ ਸਾਡੇ ਕੋਲ ਉਹ ਹੈ ਜੀ ਆਪਸ਼ਨ ਨੰਬਰ ਸੀ क्वेश्चन नंबर ਅਸੀਂ ਅਗਲਾ ਚੱਲਦੇ ਹਾਂ ਜੀ ਹਾਂਜੀ ਚਲੋ क्वेश्चन नंबर 67 if a student is asked to write an essay on ਅਗਰ ਇੱਕ ਬੱਚੇ ਨੂੰ ਕਿਹਾ ਗਿਆ ਹੋਵੇ ਕਿ ਐਸੇ ਲਿਖਣਾ ਆ if I were a king ਅਗਰ ਮੈਂ ਰਾਜਾ ਹੁੰਦਾ we are asking him to write a ਅਸੀਂ ਉਹਨੂੰ ਕੀ ਲਿਖਣ ਲਈ ਕਹਿ ਰਹੇ ਹਾਂ ਠੀਕ ਹੈ ਜੀ ਕੀ ਅਸੀਂ ਉਹਨੂੰ ਡਿਸਕ੍ਰਿਪਟਿਵ ਐਸੇ ਕਹਿ ਰਹੇ ਹਾਂ रिफ्लेक्टिव ऐसे कह रहे हैं एक्सपोजिटरी या इमेजिनेटिव देखो ये है जी इमेजिनेटिव क्योंकि असि उन्होंने कहा कि तू सोच भाई तू राजा अगर होवे तो सोचूगा अगर मैं राजा होऊंगा मैं की कर सकता की नहीं कर सकता मैं अपनी पावर का इस्तेमाल कितना करूंगा मैं अपनी प्रजा लिए की करूंगा है ना सो 67 दा है जी ऑप्शन नंबर डी इमेजिन करूंगा क्वेश्चन नंबर 68 ग्रुपिंग द सिस्टम्स ऑफ लैंग्वेज मीन्स सिस्टम ऑफ लैंग्वेज की ग्रुपिंग करनी ਇਹਦਾ मतलब की है पहला ऑप्शन है जी साउंड्स ਨੂੰ ग्रुप करना वर्ड्स की ग्रुपिंग करना फ्रेज ते मीनिंग की ग्रुपिंग करना या सारियां की ग्रुपिंग करना द सिस्टम ऑफ लैंग्वेज की ग्रुपिंग करना मतलब है जी सारियां की ग्रुपिंग करना चाहे साउंड होवे चाहे वर्ड्स होण चाहे फ्रेजेस होण ते चाहे होण मीनिंग्स क्वेश्चन नंबर 69 Which of the following statements is not correct? इन्हां विचों केड़ी statement सही नहीं है? Phoneme is the smallest unit of speech on the sound side. Sound दा जो सब तो छोटा यूनिट है speech दा वो phoneme है ये बिल्कुल ठीक है जी यानी ये ऑप्शन नहीं हो सकता अगला morpheme is the basic unit of speech on the meaning side. Meaning दे हिसाब दे नाल जो सब तो छोटा जो basic unit है meaning दे हिसाब दे नाल वो की है morpheme ये भी बिल्कुल ठीक है अगला की है कि मॉर्फीम इज द फर्स्ट बेसिक यूनिट इन द एक्सप्रेशन सिस्टम ऑफ लैंग्वेज कहते एक्सप्रेशन सिस्टम दे विच जो बेसिक यूनिट है मॉर्फीम हुंदा है या मॉर्फीम एक तो ज्यादा फोनीम दा बनया हुंदा तां ये गल ठीक है कि जो मॉर्फीम है एक तो ज्यादा फोनीम दा बनया हो सकता है एक तो ज्यादा साउंड उहदे विच हो सकदियां लेकिन सी ऑप्शन गलत है कि मॉर्फीम जो है पहला बेसिक यूनिट है एक्सप्रेशन सिस्टम ऑफ लैंग्वेज दा सो ने पूछा सी कि केड़ी स्टेटमेंट सही नहीं है था इहदा ऑप्शन है जी ऑप्शन नंबर सी क्वेश्चन नंबर 70 दैट लैंग्वेज कैन बी लर्नड इज कि एक लैंग्वेज नु असी सीख सकते हैं कि ये मिथ आ ट्रुथ आ हरसिया या फिक्शन आ ये सच है जी असी लैंग्वेज नु सीख सकते हैं 70वें दा है जी बी उस तो बाद 86वां क्वेश्चन Which of the following systems of language refers to the system of meanings? कहते कि केड़ा सिस्टम आ भाषा दा जो कि सिस्टम ऑफ मीनिंग जिन्हों असी कह सकते हैं कि वो फोनोलॉजी या मॉर्फोलॉजी या सिंटैक्स या सिमेंटिक्स दा सही आंसर है जी सिमेंटिक्स ये वेरी इंपॉर्टेंट क्वेश्चन आ ये बहुत बारी आंदे आ ये पेपर दे क्वेश्चन इंग्लिश पैडागोजी दे बहुत इंपॉर्टेंट आ पेपर 1 ਲਈ भी पेपर 2 ਲਈ ठीक है जी क्वेश्चन नंबर 87 the changes in any language reflect किसी भी भाषा में जो चेंज आंदा है वो की रिफ्लेक्ट करता है की दर्शाता है ठीक है जी की वो दर्शाता है इंडिविजुअल वेरिएबिलिटी भी कल्ले कल्ले बंदे दे नाल भाषा चेंज होंदी है या मैसिव एंड यूनिफॉर्म अल्टरेशन मैसिव मींस बहुत भारी मात्रा में यूनिफॉर्म मींस इक्को जही
तीसरा ने की कि यूनिफॉर्म यानी कि इक्को जी यानी कि ग्रेजुअल यानी कि हौली हौली अल्टरेशन अल्टरेशन का मतलब है जी चेंज या मैसिव यूनिफॉर्म एंड ग्रेजुअल अल्टरेशन ਤਾਂ ਇਹਦਾ जो सही ऑप्शन है वो है जी ऑप्शन नंबर डी कि अगर किसी भाषा ਵਿੱਚ चेंज आ रहा ਵਾ ਇਹਦਾ मतलब ਉਹਦੇ ਵਿੱਚ ਕਾਫੀ ਜ਼ਿਆਦਾ ਮਾਤਰਾ 'ਚ चेंज आ रहा यूनिफॉर्म मतलब इक्को जिहा चेंज आ रहा ग्रेजुअल मींस चेंज आ रहा लेकिन हौली हौली आ रहा वा अल्टरेशन का मतलब होंगे जी चेंज आना ठीक है 87 का है जी ऑप्शन नंबर डी क्वेश्चन नंबर 88 इदा का क्वेश्चन पहला आया सी रजिस्टर वाला अगर तुहानू याद होवे तुसी वीडियोस देखिया होण नहीं देखिया तो जरूर देख लियो वेरी इंपॉर्टेंट रहने वाली हैं रजिस्टर इज अ वैरायटी ऑफ लैंग्वेज यूज्ड बाय अ स्पेसिफिक ग्रुप ऑफ पीपल रेफर्स टू कहंदे एक खास ग्रुप ऑफ पीपल आ जो कि एक लैंग्वेज नू यूज करदा आ ਉਹ ਰਜਿਸਟਰ ਠੀਕ ਹੈ ਜੀ ਹੁਣ ਇਹਦਾ ਮਤਲਬ ਕੀ ਆ ਕਿ ਉਹਦੇ ਵਿੱਚ ਕੀ ਫਰਕ ਆ ਰਿਹਾ ਆ ਹਨਾ ਕਿ ਜਦੋਂ ਵੱਖਰੇ ਵੱਖਰੇ ਇੱਕ ਸਪੈਸਿਫਿਕ ਗਰੁੱਪ ਆਫ ਪੀਪਲ ਬੋਲ ਰਹੇ ਆ ਕੁਝ ਖਾਸ ਲੋਕ ਬੋਲ ਰਹੇ ਆ ਤਾਂ ਇਹਦਾ ਮਤਲਬ ਆ ਕਿ ਉਹਦੇ ਵਿੱਚ ਕੀ ਚੇਂजेस ਆ ਜਾਂ ਕੀ ਫਰਕ ਆ ਬਾਕੀਆਂ ਨਾਲ ਹਨਾ ਕਿ ਲੈਕਸੀਕਲ ਡਿਫਰੈਂਸ ਆ ਜਾਂ ਲੈਕਸੀਕਲ ਡਿਫਰੈਂਸ ਤੇ ਗ੍ਰਾਮੈਟਿਕਲ ਫੀਚਰ ਗ੍ਰਾਮੈਟਿਕਲ ਫੀਚਰਸ ਵੀ ਵੱਖਰੇ ਆ ਯਾਨੀ ਕਿ ਉਹਦੇ ਗ੍ਰਾਮਰ ਦੇ ਰੂਲਸ ਵੀ ਵੱਖਰੇ ਆ ਜਾਂ ਗ੍ਰਾਮੈਟਿਕਲ ਫੀਚਰ ਨਾਲ ਫੋਨੋਲੋਜੀਕਲ ਫੀਚਰਸ ਯਾਨੀ ਕਿ ਬੋਲਣ ਦਾ ਤਰੀਕਾ ਵੱਖਰਾ ਸਾਊਂਡ ਵੱਖਰੀ ਆਂਦੀ ਆ या लैक्सिकल डिफरेंसेस तो अलावा बिसाइड्स का मतलब हुंदा इस तो अलावा मतलब इस दे नाल नाल ग्रामेटिकल चेंज भी आंदा है ते फोनोलॉजिकल फीचर्स भी चेंज हुंदे आ देखो लैक्सिकल दा मतलब राइटिंग नाल आ यानी कि जो ਅਸੀਂ बोलांगे ਅਸੀਂ लिखांगे भी ठीक है ते ग्रामेटिकल वेरिएशंस भी आंदियां चेंजेस आंदे आ ते बोलण दे तरीके साउंड च भी फर्क आंदा ता 88 दा जो सही ऑप्शन है वो है जी डी ठीक है जी नेक्स्ट क्वेश्चन हाँ जी मैनू लगता मैं एक चीज गलत दस गया लैक्सिकल का मतलब राइटिंग दे नाल नहीं हैगा जो लैक्सिकल है उसदा मतलब वोकैब दे नाल हुंदा है जी किसी वर्ड दे नाल जुड़िया हुंदा है राइटिंग दे नाल उसदा मीनिंग नहीं है वोकैबलरी दे नाल इसदा मीनिंग हुंदा है उहदे लई सॉरी क्वेश्चन नंबर 89 which is the traditional classical method of teaching English ਨੂੰ ਪੜਾਉਣ ਦਾ ਜੋ ਪੁਰਾਣਾ ਮੈਥਡ ਆ ਉਹ ਕਿਹੜਾ ਵਾ ਉਹ ਸਾਨੂੰ ਪਤਾ ਆ ਉਹ ਹੈ ਜੀ ट्रांसलेशन मैथड की ट्रांसलेट कर करके पढ़ाना पहला दसना जिदा मैं ਤੁਹਾਨੂੰ ट्रांसलेट करके पढ़ा रहा हां ਇਹਦਾ मतलब ਕੀ ਆ ਦਾ मतलब ਕੀ ਆ ਇਹ बेसिक मैथड ਆ ਜਾਂ ਪੁਰਾਣਾ ਮੈਥਡ ਆ ट्रेडिशनल क्लासिकल मैथड ਆ क्वेश्चन नंबर 90 which of the following statements is not true in case of direct method डायरेक्ट मैथड ਦੇ ਕੇਸ ਦੇ ਵਿੱਚ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਹੀ नहीं है ज्यादा छोटा होंदा है साइज आप ऑप्शंस अगले पेज ते देख लेने हैं हाँ जी डायरेक्ट मैथड दे लई इन्हां विचों किहड़ी स्टेटमेंट सही नहीं है ठीक है जी पहला है जी ग्रामर प्रीसीड्स लैंग्वेज लर्निंग कि सानू लैंग्वेज सीखण तो पहला ग्रामर सीखनी चाहिए है या सीखनी पैंदी है या आ जाती है ग्रामर इज टॉट इंडक्टिवली ग्रामर नू इंडक्टिव मैथड नाल सिखाया जाता है तो बिल्कुल ठीक है जी गलत नहीं है अगला words and phrases are taught at definite stages through spoken language ਕਹਿੰਦੇ ਬੱਚੇ ਨੂੰ ਸ਼ਬਦ ਤੇ ਫਰੇਜ਼ ਸਿਖਾਏ ਜਾਂਦੇ ਆ ਇੱਕ ਪਾਰਟਿਕੂਲਰ ਸਟੇਜ ਦੇ ਉੱਤੇ ਬੋਲ ਕੇ ਇਹ ਵੀ ਠੀਕ ਹੈ ਜੀ articulation with correct pronunciation and intonation is important ਜੋ ਅਸੀਂ ਬੋਲਦੇ ਆ ਉਹਦੀ pronunciation ਠੀਕ ਹੋਣੀ ਚਾਹੀਦੀ ਆ ਉਹਦਾ ਬੋਲਣ ਦਾ ਦਬਾਅ ਸਹੀ ਹੋਣਾ ਚਾਹੀਦਾ ਆ ਕਿ ਇਹ ਸਹੀ ਆ ਇਹ ਬਿਲਕੁਲ ਠੀਕ ਆ ਜੀ ਸੋ ਗਲਤ ਕੀ ਆ ਪਹਿਲਾ कि ग्रामर प्रीसीड्स लैंग्वेज लर्निंग देखो बच्चा तो लैंग्वेज पहले ही सीख जाता वो ग्रामर थोड़ी पहला सीखता सो 90 का जो गलत ऑप्शन है जिस हिसाब नाल असीं आंसर देना सी वो है जी ऑप्शन नंबर ए नेक्स्ट क्वेश्चन हाँ जी कंप्रेहेंसिव हुण थोड़ा जिहा डाउन कर लीजिए लो जी कंप्रेहेंसिव इवैल्यूएशन इन थोड़ी स्क्रीन एडजस्ट कर लवां एक सेकंड हाँ जी comprehensive evaluation in teaching is a concept that focuses on evaluation ਦੇ ਵਿੱਚ ਜੋ comprehensive evaluation ਆ ਠੀਕ ਹੈ ਇਹ ਕਾਦੇ ਤੇ ਫੋਕਸ ਕਰਦੀ ਆ ਕਿ ਇਹ ਫੋਕਸ ਕਰਦੀ ਆ ਕਿ ਬੱਚੇ ਦੀ cognitive capacity ਕਿੰਨੀ ਆ ਜਾਂ non cognitive ability ਦੇ ਉੱਤੇ ਜਾਂ psychomotor ability ਦੇ ਉੱਤੇ ਜਾਂ entire range of learners experiences in context of the school environment ਯਾਨੀ ਕਿ ਸਕੂਲ ਦੇ ਵਿੱਚ ਉਹਨੇ ਕੀ ਸਿੱਖਿਆ ਆ की चीज़ां उन्हें स्कूल दे विच सिखियां आ ये सारियां मैथड्स नूं अपने नाल कंसीडर करदा आ तां जो सही ऑप्शन है जी वो है जी ऑप्शन नंबर डी क्योंकि ये पूरी दी पूरी रेंज नूं कवर करदा कि उन्हें स्कूल एनवायरनमेंट दे विच की सिखिया आ यही साडे कोल सही आ जी इवैल्यूएशन जो कंप्रीहेंसिव इवैल्यूएशन आ इहदे नाल डील करदी आ ठीक है जी चलदे आ जी नेक्स्ट क्वेश्चन वाल 134वां क्वेश्चन थोड़ी जी स्क्रीन नूं वड्डी कर लवां
हाँ जी, द इवेल्युएशन प्रोसेस इन लर्निंग इज, ओ आंसर नाल ही आ गया, सॉरी। जो इवेल्युएशन प्रोसेस है लर्निंग दी वो क्वालिटेटिव क्वांटिटेटिव आ, क्वालिटेटिव आ या दोनों क्वालिटेटिव ते क्वांटिटेटिव आ या डिस्क्रिप्टिव आ? ये सही है जी, क्वालिटेटिव भी आ ते क्वांटिटेटिव भी आ। चलो ये तो ਤੁਹਾਨੂੰ आंसर पता लग ही गया सी, कोई गल नहीं। अगले क्वेश्चन वाले चलते हैं। हाँ ਇਹਦਾ नहीं है, which of the following is an essential part in formative assessment? ਤੁਹਾਨੂੰ ਪਤਾ ਕਿ ਇੱਕ formative assessment ਹੁੰਦੀ ਹੈ ਜਿਹਨੂੰ ਅਸੀਂ FA ਕਹਿੰਦੇ ਆ, ਇੱਕ summative assessment ਹੁੰਦੀ ਜਿਹਨੂੰ ਅਸੀਂ SA ਕਹਿੰਦੇ ਆ। ਕਹਿੰਦੇ formative assessment ਦੇ ਵਿੱਚ ਇਹਨਾਂ ਚੋਂ ਕਿਹੜਾ ਇੱਕ essential part ਆ, ਜ਼ਰੂਰੀ part ਆ, ਜਿਸ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ? ਬੱਚਾ, ਟੀਚਰ, ਦੋਨੋਂ ਜਾਂ ਦੋਨਾਂ ਚੋਂ ਇੱਕ ਜਣਾ? ਦੇਖੋ ਦੋਨਾਂ ਚੋਂ ਇੱਕ ਜਣਾ ਨਹੀਂ, ਜਿਹਦੀ ਇਵੈਲੂਏਸ਼ਨ ਕਰਨੀ ਆ ਉਹ ਵੀ ਹੋਣਾ ਚਾਹੀਦਾ ਯਾਨੀ ਕਿ ਸਟੂडेंट, जिन्हें इवैल्यूएशन करनी है वो भी होना चाहिए यानी कि टीचर। सो सही ऑप्शन है जी ऑप्शन नंबर बी 135 का है जी, सॉरी ऑप्शन नंबर सी सही है जी, ऑप्शन नंबर सी, क्योंकि दोनों ही चाहिए है, टीचर भी ते स्टूडेंट भी। ठीक है जी, क्वेश्चन नेक्स्ट वाले चलते हैं 136। वीडियो वधिया लग रही है लाइक जरूर कर दियो, चैनल को सब्सक्राइब कर दियो, पहली बार आए हैं तो फ्रेंड्स नाल शेयर भी कर दियो। नेक्स्ट क्वेश्चन थोड़ा जा और छोटा करना पड़ेगा, लो जी एक सेकंड स्क्रीन एडजस्ट करके ताकि पूरा नजर आवे तुहानू प्रॉपरली। English teacher of class 3 uses the following criteria in the formative assessment। कहंदे थर्ड क्लास ਦਾ इंग्लिश टीचर ਆ ਜੋ ਕਿ ਇਹ ਨੀਚੇ ਲਿਖੇ ਕ੍ਰਾਈਟੇਰੀਆ ਯੂਜ਼ ਕਰਦਾ ਹੈ ਫਾਰਮੇਟਿਵ ਅਸੈਸਮੈਂਟ ਲਈ। ਇਹਨਾਂ ਵਿੱਚੋਂ ਕਿਹੜਾ ਕ੍ਰਾਈਟੇਰੀਆ ਗਲਤ ਹੈ, ਕਿਹੜਾ ਉਹਨੂੰ ਨਹੀਂ ਯੂਜ਼ ਕਰਨਾ ਚਾਹੀਦਾ? ਠੀਕ ਹੈ ਜੀ, ਸੋ ਦੇਖੋ ਕਹਿੰਦੇ ਆ ਕਿ ਉਹ ਵੱਖਰੇ ਵੱਖਰੇ ਟੂਲਸ ਜਿੱਦਾਂ ਕਿ ਪ੍ਰੋਜੈਕਟ, ਅਸਾਈਨਮੈਂਟ, ਡਿਬੇਟ ਅਪਣਾਉਂਦੇ ਆ। ਹਾਂਜੀ ਬੱਚਿਆਂ ਨੂੰ ਦੇਖੇ ਵੀ ਕੀ ਆ ਗਿਆ ਵਾ, ਇਹ ਤਾਂ ਕਰਨਾ ਚਾਹੀਦਾ, ਇਹ ਤਾਂ ਵਧੀਆ ਗੱਲ ਆ। ਕਹਿੰਦੇ ਉਹ ਬੱਚਿਆਂ ਨੂੰ ਕਹਿੰਦੇ ਆ ਕਿ ਆਪਣਾ ਕੰਮ ਘਰੋਂ ਪੂਰਾ ਕਰ ਆਓ, ਇਹ ਨਹੀਂ ਕਰਨਾ ਚਾਹੀਦਾ। ਕਹਿੰਦੇ ਉਹ ਪੇਪਰ ਪੈਨਸਿਲ ਟੈਸਟ ਯੂਜ਼ ਕਰਦੇ ਆ ਇੱਕੋ ਵਾਰੀ ਤਾਂ ਕਿ ਉਹ ਬੱਚਿਆਂ ਦੀ ਪਰਫਾਰਮੈਂਸ ਨੂੰ ਦੇਖ ਸਕੇ, ਇਹ ਹੋ ਸਕਦਾ ਆ ਉਹਦੀ ਮਰਜ਼ੀ ਇੱਕ ਵਾਰੀ ਲਵੇ ਜਾਂ ਦੋ ਵਾਰੀ ਟੈਸਟ ਲਵੇ, ਹਨਾ ਇਹ ਹੋ ਸਕਦਾ। ਨਨ ਆਫ ਦਾ ਅਬਵ ਤਾਂ ਨਹੀਂ ਹੈ ਕਿਉਂਕਿ ਸਾਡੇ ਕੋਲ ਆ ਆਪਸ਼ਨ ਆ ਗਿਆ ਬੀ ਕਿ ਇਹ ਕ੍ਰਾਈਟੇਰੀਆ ਯੂਜ਼ ਨਹੀਂ ਕਰਨਾ, ਹਨਾ ਕਿਉਂ? ਕਿਉਂਕਿ ਘਰੋਂ ਕੰਮ ਕਰ ਲਿਆ, ਘਰੋਂ ਤਾਂ ਬੱਚਾ ਜ਼ਰੂਰੀ ਥੋੜੀ ਕਿ ਆਪ ਕਰ ਸਕਦਾ ਆ, ਹੋ ਸਕਦਾ ਕਿ ਉਹ ਕਿਸੇ ਦੀ ਹੈਲਪ ਲੈ ਲਵੇ ਵੱਡੇ ਦੀ। ਤਾਂ ਸਹੀ ਆਪਸ਼ਨ ਹੈ ਜੀ ਇਹਦਾ ਬੀ। ਠੀਕ, क्वेश्चन नंबर 137 जो कि साडा नेक्स्ट क्वेश्चन है। Which of the following is not an integral part of cognitive development? Cognitive development ਦਾ ਇਹਨਾਂ ਵਿੱਚੋਂ ਕਿਹੜਾ ਇੱਕ ਅਭਿੰਨ ਅੰਗ ਨਹੀਂ ਹੈ? Attitude ਇਹ ਤਾਂ ਹੈਗਾ ਆ, emotions ਵੀ ਹੈਗਾ ਆ, values ਵੀ ਹੈਗਾ, ਸੋ ਇਹ ਤਾਂ ਸਾਰੇ ਹੈਗੇ ਆ। ਉਹਨੇ ਕਿਹਾ ਕਿਹੜਾ ਨਹੀਂ ਹੈਗਾ, ਤਾਂ none of these, मतलब ਅਸੀਂ ਇਹ ਕਹਿਣਾ ਕਿ ਉੱਪਰਲੇ ਸਾਰੇ ਹੀ ਹੈਗੇ ਆ, ਇਸ ਕਰਕੇ ਆਨਸਰ ਹੈ ਜੀ none of these। क्वेश्चन नंबर 138 which of the following is not an objective of CCE? एक मिनट थोड़ी स्क्रीन ਵੱਡੀ ਕਰ ਲਈਏ। ਹਾਂਜੀ ਇਹਨਾਂ ਵਿੱਚੋਂ CCE ਦਾ ਕਿਹੜਾ ਇੱਕ ਆਬਜੈਕਟਿਵ ਨਹੀਂ ਹੈ? ਇੱਕ ਸੈਕਿੰਡ, ਲਓ ਜੀ क्वेश्चन नहीं नजर आ रहा ना, लो जी। हाँ जी, टू डेवलप कॉग्निटिव साइकोमोटर एंड अफेक्टिव स्किल्स के सीसीई का एक ऑब्जेक्टिव है कि कॉग्निटिव साइकोमोटर ते अफेक्टिव स्किल्स डेवलप करनी है, ये हैगा है ऑब्जेक्टिव। टू एम्फेसाइज मेमोराइजेशन के रट्टा लाना, याद रखना सिखाना, ये नहीं है। ठीक है, अगला किया कि जो बच्चे की परफॉर्मेंस है ਉਹਦੇ ਸਟੈਂਡਰਡ ਨੂੰ ਜੋ ਅਸੀਂ ਚਾਹੁੰਦੇ ਹਾਂ ਉਹ ਮੇਨਟੇਨ ਰੱਖਣਾ, ਇਹ ਹੈਗਾ ਆ। ਟੀਚਿੰਗ ਲਰਨਿੰਗ ਨੂੰ ਐਕਟੀਵਿਟੀ ਨੂੰ ਚਾਈਲਡ ਸੈਂਟਰਡ ਬਣਾਉਣਾ ਤਾਂ ਕਿ ਬੱਚਾ ਉਹਨੂੰ ਚੰਗੀ ਤਰ੍ਹਾਂ ਸਿੱਖ ਸਕੇ, ਤਾਂ ਇਹ ਵੀ ਹੈ। ਸੋ ਉਹਨੇ ਕਿਹਾ ਕਿ ਕਿਹੜਾ ਨਹੀਂ ਹੈ, ਕਿ ਇੱਥੇ ਜ਼ੋਰ ਦੇਣਾ ਕਿ ਯਾਦ ਕਰੀ ਜਾਓ, ਯਾਦ ਕਰੀ ਜਾਓ। 138वें ਦਾ ਹੈ ਜੀ ਆਪਸ਼ਨ ਨੰਬਰ ਬੀ। ਠੀਕ ਹੈ ਜੀ, क्वेश्चन अगला क्वेश्चन नंबर 140वां which is not true about summative assessment। summative assessment बारे केड़ी चीज सच नहीं है या सही नहीं है? कि ये एक ग्रेडेड टेस्ट है, हाँ जी ये ग्रेडेड टेस्ट है, याद रखियो। it encourages learn and forget syndrome, हाँ जी बच्चा याद करता भूल जाता वा, उस हिसाब नाल है, ये बिल्कुल है। it is carried out at the end of a course of learning, एक semester दे लास्ट विच हुंदा है, बिल्कुल हुंदा है। It does not produce stress and anxiety among learners, learner ਨੂੰ ਟੈਨਸ਼ਨ ਨਹੀਂ ਪੈਂਦੀ, learner ਨੂੰ ਚਿੰਤਾ ਨਹੀਂ ਹੁੰਦੀ। learner ਨੂੰ ਚਿੰਤਾ ਹੁੰਦੀ ਹੈ ਕਿਉਂਕਿ ਉਹਦੀ ਮਾਰਕ ਸ਼ੀਟ ਤੇ ਛਪਣਾ ਹੁੰਦਾ ਵੀ ਇਹੀ ਨੰਬਰ ਆਏ, ਇਹੀ ਛਪਣੇ ਆ, ਸੋ ਇਹ ਟੈਨਸ਼ਨ ਪੈਦਾ ਕਰਦੀ ਹੈ। ਸੋ ਇਹ ਗੱਲ ਸਹੀ ਨਹੀਂ ਹੈ। ਇਹਨੇ ਕਿਹਾ ਕਿ ਟੈਨਸ਼ਨ ਪੈਦਾ ਨਹੀਂ ਕਰਦੀ, ਪਰ ਇਹ ਕਰਦੀ ਹੈ। तो 140वें ਦਾ ਹੈ ਜੀ ਆਪਸ਼ਨ ਨੰਬਰ ਡੀ।
सो वीडियो वधिया लग रही है चैनल को जरूर सबसक्राइब कर दियो ते वीडियो को लाइक जरूर कर दियो। कुछ कहना चाहो तो कमेंट च दस सकते हैं। क्वेश्चन नंबर 141, इस तो बाद सिर्फ 2 क्वेश्चन रह गए। Which of the following questions help the students to develop the ability of organizing and selecting relevant facts? ਕਹਿੰਦੇ ਇਹਨਾਂ ਵਿੱਚੋਂ ਕਿੱਦਾਂ ਦੇ ਕੁਐਸਚਨਸ ਆ ਜੋ ਕਿ ਬੱਚੇ ਨੂੰ ਮਦਦ ਕਰਦੇ ਆ ਕਿ ਬੱਚਾ ਅਬ ਇੱਕ ਐਬਿਲਿਟੀ ਡਿਵੈਲਪ ਕਰ ਲਵੇ, ਬੱਚੇ ਅੰਦਰ ਇੱਕ ਇਦਾਂ ਦੀ ਚੀਜ਼ ਪੈਦਾ ਹੋ ਜਾਵੇ ਕਿ ਉਹ ਫੈਕਟਸ ਨੂੰ ਆਰਗੇਨਾਈਜ਼ करे ਤੇ ਸਿਲੈਕਟ करे, ਸਿਲੈਕਟ ਵੀ ਕਰ ਲਵੇ ਜੋ ਉਹਨੂੰ ਚਾਹੀਦਾ ਤੇ ਉਹਨੂੰ ਆਰਗੇਨਾਈਜ਼ ਕਰ ਲਵੇ, ਮਤਲਬ ਇੱਕ ਸੀਕੁਐਂਸ ਚ ਬਣਾ ਲਵੇ। ਐਸੇ ਟਾਈਪ ਕੁਐਸਚਨ, ਸ਼ਾਰਟ ਆਂਸਰ, ਵੈਰੀ ਸ਼ਾਰਟ ਜਾਂ ਐਮਸੀਕਿਊ? ਤਾਂ ਸਹੀ ਹੈ ਜੀ ਸ਼ਾਰਟ ਟਾਈਪ ਕੁਐਸਚਨ, ਸ਼ਾਰਟ ਆਂਸਰ ਮਤਲਬ ਜੋ ਕਿ ਨਾ ਬਹੁਤੇ ਵੱਡੇ ਆ ਨਾ ਬਹੁਤੇ ਛੋਟੇ ਆ, ਤਾਂ ਕਿ ਉਹ ਫੈਕਟ ਨੂੰ ਸਹੀ ਤਰੀਕੇ ਨਾਲ ਲਿਖੇ, ਸਹੀ ਢੰਗ ਨਾਲ ਲਿਖੇ, ਉਹਨੂੰ ਆਰਗੇਨਾਈਜ਼ ਕਰਕੇ ਲਿਖੇ। ਸੋ 141 ਦਾ ਹੈ ਜੀ ਬੀ। क्वेश्चन 142, एनेक्डोटल रिकॉर्ड्स, वेरी इंपॉर्टेंट क्वेश्चन, वेरी इंपॉर्टेंट। एनेक्डोटल रिकॉर्ड्स किस चीज दे विच यूजफुल रहंदे आ कि बच्चे दे घर दा एनवायरनमेंट किदां दा आ ਉਹ ਪਤਾ ਲੱਗੇ, ਜਾਂ ਬੱਚੇ ਉੱਤੇ ਪੀਅਰ ਪ੍ਰੈਸ਼ਰ ਕਿਦਾਂ ਦਾ, ਮਤਲਬ ਉਹਦੇ ਆਸ-ਪਾਸ ਦੇ ਬੱਚਿਆਂ ਦਾ ਉਹਦੇ ਤੇ ਕੀ ਇਫੈਕਟ ਪੈ ਰਿਹਾ, ਕੀ ਪ੍ਰੈਸ਼ਰ ਪੈ ਰਿਹਾ, ਜਾਂ ਬੱਚਿਆਂ ਦਾ ਬਿਹੇਵੀਅਰ ਕੀ ਆ ਵੱਖਰੀ ਵੱਖਰੀ ਸਿਚੁਏਸ਼ਨ ਦੇ ਵਿੱਚ, ਜਾਂ ਬੱਚਿਆਂ ਦੇ ਪੇਰੈਂਟਸ ਦੇ ਬਿਹੇਵੀਅਰ ਬਾਰੇ ਪਤਾ ਲਗਾਉਂਦੀ ਆ। ਤਾਂ ਸਾਨੂੰ ਪਤਾ ਹੈ ਕਿ ਐਨੈਕਡੋਟਲ ਰਿਕਾਰਡ ਇੱਕ ਇਦਾਂ ਦਾ ਰਿਕਾਰਡ ਆ ਜੋ ਕਿ ਬੱਚਿਆਂ ਦੇ ਬਿਹੇਵੀਅਰ ਨੂੰ ਪਤਾ ਲਗਾਉਣ 'ਚ ਮਦਦ ਕਰਦਾ ਆ ਵੱਖਰੀਆਂ ਵੱਖਰੀਆਂ ਸਿਚੁਏਸ਼ਨਸ ਦੇ ਵਿੱਚ। ਤਾਂ ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੀ। ਅੱਜ ਦਾ ਕੁਐਸਚਨ ਲਾਸਟ। ਹਾਂਜੀ, ਇਨ MCQ देयर इज अ स्टेम। स्टेम ਦਾ ਮਤਲਬ ਆ ਕੁਐਸਚਨ। ਕਹਿੰਦੇ MCQ ਦੇ ਵਿੱਚ ਇੱਕ ਸਟੈਮ ਹੁੰਦੀ ਹੈ, ਸਟੈਮ ਦਾ ਮਤਲਬ ਕੁਐਸਚਨ ਆ ਜੋ ਕਿ ਪ੍ਰੋਬਲਮ ਦਿੰਦੀ ਆ ਜਿਹਦਾ ਅਸੀਂ ਆਨਸਰ ਮਲਟੀਪਲ ਚੋਇਸ ਚੋਂ ਲੱਭਣਾ ਹੁੰਦਾ। ਇਹ ਕਿਹੜੀ ਫਾਰਮ ਚ ਹੋ ਸਕਦੀ ਹੈ? ਇੱਕ ਕੁਐਸਚਨ ਦੀ ਫਾਰਮ ਵਿੱਚ ਵੀ ਹੋ ਸਕਦੀ ਹੈ ਜਿੱਦਾਂ ਆਪਾਂ ਹੁਣ ਕਰਦੇ ਪਏ ਕੁਐਸਚਨ, ਜਾਂ ਇਨਕੰਪਲੀਟ ਸਟੇਟਮੈਂਟ ਯਾਨੀ ਕਿ ਕੋਈ ਸਟੇਟਮੈਂਟ ਲਿਖੀ ਆ ਵਿੱਚ ਡੈਸ਼ ਪਾ ਦਿੰਦੇ ਜਾਂ ਲਾਸਟ ਵਿੱਚ ਡੈਸ਼ ਪਾ ਦਿੰਦੇ ਕਿ ਬਲੈਂਕ ਨੂੰ ਫਿਲ ਕਰੋ। ਦੋਨੋਂ ਹੋ ਸਕਦੇ ਜਾਂ ਦੋਨਾਂ ਚੋਂ ਕੋਈ ਵੀ ਨਹੀਂ। ਦੇਖੋ MCQ ਆਪਾਂ ਤੁਹਾਨੂੰ ਕਰਵਾਉਂਦੇ ਆ, ਤੁਹਾਨੂੰ ਪਤਾ ਆ ਕਿ ਇਹਦੇ ਵਿੱਚ ਇੱਕ ਕੁਐਸਚਨ ਲਿਖਿਆ ਹੁੰਦਾ ਆ ਤਾਂ ਕੁਐਸਚਨ ਦੀ ਫਾਰਮ ਚ ਤਾਂ ਹੋ ਸਕਦੀ ਆ। ਇਨਕੰਪਲੀਟ ਸਟੇਟਮੈਂਟ ਯਾਨੀ ਕਿ ਫਿਲ ਇਨ ਦਾ ਬਲੈਂਕ ਦੀ ਫਾਰਮ ਵਿੱਚ ਵੀ ਹੋ ਸਕਦਾ ਤੇ ਨੀਚੇ ਉਹਦੇ ਆਪਸ਼ਨਸ ਦਿੱਤੇ ਹੋ ਸਕਦੇ ਆ, यानी कि सी ऑप्शन इज द करेक्ट है, बोथ ए एंड बी। आज दी वीडियो इत्थे खत्म हुंदी है, उम्मीद है कि समझ आई होएगी। बहुत बहुत धन्यवाद तुहाडा, रब भली करे।